We will study Mendelian disorders. Mendelian disorders ਦਾ ਮਤਲਬ ਹੈ ਕਿ ਜਿਹੜੇ ਕਿ ਡਿਸऑर्डर्स ਜਾਂ ਬਿਮਾਰੀਆਂ ਕਿਸੇ DNA ਕਾਰਨ ਜਾਂ ਜੀਨਸ ਦੇ ਬਦਲਾਵ ਕਾਰਨ ਜਾਂ ਕੋਈ ਕ੍ਰੋਮੋਸੋਮਲ ਵੇਰੀਏਸ਼ਨਸ ਕਰਕੇ ਜੋ ਵੀ ਕੋਈ ਇਸ ਤਰ੍ਹਾਂ ਦੀ ਜੈਨੇਟਿਕ ਮਟੀਰੀਅਲ ਦੇ ਵਿੱਚ ਚੇਂਜਿਸ ਹੋਣ ਕਰਕੇ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੈਨੇਟਿਕ ਡਿਸऑर्डर्स। ਸੋ ਜੈਨੇਟਿਕ ਡਿਸऑर्डर्स ਦੋ ਤਰ੍ਹਾਂ ਦੇ ਹੋ ਸਕਦੇ ਆ, ਇੱਕ ਮੈਂਡਲੀਅਨ ਅਤੇ ਕ੍ਰੋਮੋਸੋਮਲ। ਮੈਂਡਲੀਅਨ ਡਿਸऑर्डर्स ਜਿਹੜੇ ਆ ਆਲਟਰੇਸ਼ਨਸ ਜਾਂ ਚੇਂਜਿਸ ਜਾਂ ਮਿਊਟੇਸ਼ਨਸ ਦੇ ਕਾਰਨ ਇਨ ਸਿੰਗਲ ਜੀਨ ਦੇ ਵਿੱਚ ਕੋਈ ਚੇਂਜਿਸ ਆ ਜਾਂਦੀਆਂ। ਸੋ ਦਿਸ ਇਜ਼ DNA। ਇਹਦੇ ਜਿਹੜਾ ਕੋਈ ਵੀ ਸਿੰਗਲ ਜੀਨ ਦੇ ਵਿੱਚ ਕੋਈ ਚੇਂਜ ਆ ਜਾਏਗੀ ਦੈਟ ਵਿਲ ਬੀ ਮੈਂਡਲੀਅਨ ਡਿਸऑर्डर्स। ਸੋ ਇਹਦੇ ਵਿੱਚ ਜਿਹੜੀ ਡਿਸऑर्डर्स ਹੈ ਹੀਮੋਫੀਲੀਆ ਹੋ ਸਕਦਾ ਹੈ, ਸਿਸਟਿਕ ਫਾਈਬਰੋਸਿਸ ਹੋ ਸਕਦੀ ਹੈ, ਸਿਕਲ ਸੈੱਲ ਅਨੀਮੀਆ ਹੋ ਸਕਦਾ ਹੈ, ਕਲਰ ਬਲਾਈਂਡਨੈਸ, ਫੀਨਾਈਲਕੀਟੋਨਿਊਰੀਆ, ਥੈਲਸੀਮੀਆ, ਮਾਈਟੋਨਿਕ ਡਿਸਟ੍ਰੋਫੀ। ਇਹ ਜਿਹੜੀਆਂ ਡਿਸੀਜ਼ਿਜ਼ ਹੈ these are all Mendelian disorders due to changes in the single gene. So these disorders are passed from parents to offsprings. Parents ਤੋਂ offsprings ਵਿੱਚ ਪਾਸ ਹੋ ਜਾਂਦੇ ਆ by means of gametes. The pattern of inheritance of disorders can be traced in a family by pedigree analysis. Pedigree analysis ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜੇ ਉਹ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਇਹ ਕੈਰੈਕਟਰਸ ਪਾਸ ਹੋ ਰਹੇ ਆ। ਮੈਂਡਲੀਅਨ ਡਿਸऑर्डर्स ਮੇ ਵੀ ਡੋਮੀਨੈਂਟ ਜਾਂ ਰਿਸੈਸਿਵ ਹੋ ਸਕਦੇ ਆ ਔਰ ਵਿਦ ਪੈਡਗਰੀ ਐਨਾਲਿਸਿਸ ਅਸੀਂ ਦੱਸ ਸਕਦੇ ਹਾਂ ਕਿ ਵੈਦਰ ਦੇ ਆਰ ਡੋਮੀਨੈਂਟ ਹੈ ਜਾਂ ਰਿਸੈਸਿਵ ਹੈ। ਜਿਸ ਸੈਕਸ ਕ੍ਰੋਮੋਸੋਮਸ ਦੇ ਉੱਪਰ ਹੈ ਉਹ ਚੇਂਜਿਸ ਦੇ ਕਾਰਨ ਜਾਂ ਆਟੋਸੋਮਲ ਡਿਸऑर्डर्स ਹੈ। ਸੋ ਵੀ ਕੈਨ ਟ੍ਰੇਸ ਆਲ ਦਿਸ ਕਾਈਂਡ ਆਫ ਡਿਸऑर्डर्स ਫਰੋਮ the chromosomes. So ਜੇ ਅਸੀਂ ਕੈਰੀਅਰ ਫੀਮੇਲ ਕੈਰੀਅਰ ਮੇਲ ਦੇਖੀਏ ਅਤੇ ਕੈਰੀਅਰ ਫੀਮੇਲਸ ਦਾ ਮਤਲਬ ਹੈ ਕਿ ਕੈਰੀਅਰ ਆਫ ਜੀਨਸ ਵਿਚ ਕੋਜ਼ ਡਿਜ਼ੀਜ਼ ਬਟ ਇਹਨਾਂ ਨੂੰ ਦੇ ਵਿਲ ਨੋਟ ਹੈਵ ਦ ਡਿਜ਼ੀਜ਼ ਦੈਮਸੈਲਵਸ, ਦੇ ਆਰ ਓਨਲੀ ਕੈਰੀਅਰ ਆਫ ਦ disease. In the same way, carrier male, they are the carrier of the genes which cause disease but does not have the disease. Humans ਵਿੱਚ 46 chromosome ਹੈ, 44 autosomes ਹੈ, ਇੱਕ ਪੇਅਰ ਸੈਕਸ ਕ੍ਰੋਮੋਸੋਮਸ ਹੈ। ਜੇ ਸੈਕਸ ਕ੍ਰੋਮੋਸੋਮ ਦੇ ਉੱਪਰ ਕੋਈ ਚੇਂਜਿਸ ਜਾਂ ਮਿਊਟੇਸ਼ਨਸ ਜਾਂ ਚੇਂਜਿਸ ਆ ਜਾਂਦੀਆਂ ਤਾਂ ਉਹਨੂੰ ਸੈਕਸ ਲਿੰਕਡ ਡਿਸੀਜ਼ਿਸ ਕਹਾਂਗੇ। ਸੋ ਫਸਟ ਡਿਸੀਜ਼ ਅਸੀਂ ਸਟੱਡੀ ਕਰ ਰਹੇ ਹਾਂ ਦੈਟ ਇਜ਼ ਦਾ ਮਾਈਟੋਨਿਕ ਡਿਸਟ੍ਰੋਫੀ। ਮਾਇਓਟੋਨਿਕ ਡਿਸਟ੍ਰੋਫੀ ਦਾ ਮਤਲਬ ਹੈ ਕਿ ਮਸਲਸ ਦੀ ਇਹ ਡਿਜ਼ੀਜ਼ ਹੈ ਜਿਹੜੇ ਇਹਦੇ ਵਿੱਚ ਮਾਈਟੋਨਿਕ ਡਿਸਟ੍ਰੋਫੀ ਕਿ ਮਸਲਸ ਜਿਹੜੇ ਆ ਕਾਫੀ ਵੀਕ ਹੋ ਜਾਂਦੇ ਹੈ। ਸੋ ਇਹ ਜਿਹੜੀ ਡਿਜ਼ੀਜ਼ ਹੈ ਇਹ ਜੀਨਸ ਦੇ ਵਿੱਚ ਚੇਂਜਿਸ ਹੋਣ ਕਾਰਨ ਹੁੰਦੀ ਹੈ। ਸੋ ਜੇ ਆਪਾਂ ਇੱਕ ਜੀਨ ਦਾ ਪੇਅਰ ਲਈਏ ਅਲੀਲ ਹੈ ਆਰ ਕੈਪੀਟਲ ਐਂਡ ਆਰ ਸਮੋਲ ਔਰ ਡੋਮੀਨੈਂਟ ਅਲੀਲਸ ਹੈ ਇਹਦੀ ਆਰ ਐਂਡ ਆਰ ਕੈਪੀਟਲ ਐਂਡ ਆਰ ਜਿਹੜੀ ਦੀ ਡੋਮੀਨੈਂਟ ਟ੍ਰੇਟਸ ਹੈ। ਰਿਸੈਸਿਵ ਹੋਣਗੀਆਂ ਆਰ। ਸੋ ਦੀਸ ਆਰ ਇਹ ਕਿਸੇ ਵੀ ਜੀਨ ਦੀਆਂ ਅਲੀਲਸ ਹੈ। ਸੋ ਜੇ ਸਾਡੇ ਕੋਲ ਇੱਕ ਪੈਡੀਗਰੀ ਚਾਰਟ ਇਸ ਤਰ੍ਹਾਂ ਦਾ ਹੈ ਇਹਦੇ ਵਿੱਚ ਜਿਹੜੇ ਮੇਨ ਡਿਜ਼ੀਜ਼ ਕੋਸਟ ਹੈ ਦੈਟ ਇਜ਼ ਡਿਊ ਟੂ ਦ ਡੋਮੀਨੈਂਟ ਆਟੋਸੋਮਲ ਡਿਜ਼ੀਜ਼ ਹੈ। ਆਟੋਸੋਮਲ ਡੋਮੀਨੈਂਟ ਜੀਨ ਦੇ ਕਾਰਨ ਇਹਦੇ ਵਿੱਚ ਚੇਂਜਿਸ ਆਉਂਦੀਆਂ। ਮੀਨਸ ਕਹਿਣ ਦਾ ਕਿ ਆਰ ਜਸ ਆਰ ਕੈਪੀਟਲ ਆਰ ਇਹ ਡੋਮੀਨੈਂਟ ਜੀਨਸ ਹੈ, ਇਹਨਾਂ ਦੇ ਵਿੱਚ ਜਿਹੜੀ ਚੇਂਜਿਸ ਹੋਣ ਕਰਕੇ ਇਹਨਾਂ ਦੇ ਵਿੱਚ ਡਿਸऑर्डर ਆਉਂਦਾ ਹੈ। ਸੋ ਜੇ ਅਸੀਂ ਇਹ ਪੈਡੀਗਰੀ ਐਨਾਲਿਸਿਸ ਸਟੱਡੀ ਕਰਦੇ ਹਾਂ ਅਤੇ ਇਹਦੇ ਵਿੱਚ ਜਿਹੜੀ ਪਹਿਲੀ ਜਨਰੇਸ਼ਨ ਹੈ ਉਹਦੇ 'ਚ ਡਿਜ਼ੀਜ਼ਡ ਹੈ, ਦਿਸ ਵਨ ਇਜ਼ ਡਿਜ਼ੀਜ਼ਡ ਔਰ ਇਹ ਇਫੈਕਟਡ ਹੈ, ਇਹ ਵੀ ਡਿਜ਼ੀਜ਼ਡ ਹੈ ਔਰ ਅਗਲੀ ਉਸ ਤੋਂ ਬਾਅਦ ਜਿਹੜੀ ਜਨਰੇਸ਼ਨ ਆਈ ਹੈ ਇਹਨਾਂ ਦੇ ਵਿੱਚ ਫਿਰ ਡਿਜ਼ੀਜ਼ਡ ਹੈ। ਸੋ ਅਸੀਂ ਇਹ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਡਿਜ਼ੀਜ਼ਡ ਹੈ ਵਿਚ ਟਾਈਪ ਆਫ ਇਹਦੀ ਜੀਨਸ ਹੈ ਆਰ ਹੈ ਜਾਂ ਫਿਰ ਇਹ ਆਰ ਹੈ। ਸੋ ਕਿਉਂਕਿ ਇਹ ਡੋਮੀਨੈਂਟ ਟ੍ਰੇਟ ਹੈ, ਆਟੋਸੋਮਲ ਡਿਸऑर्डर ਹੈ ਜਿਹੜਾ ਕਿ ਡੋਮੀਨੈਂਟ ਜੀਨ ਕਾਰਨ ਹੈ। ਸੋ ਜੇ ਇਫ ਅਗਰ ਮੰਨ ਲਈਏ ਕਿ ਇਹ ਆਰ ਹੈ ਦੈਨ ਆਰ ਇਹ ਰਿਸੈਸਿਵ ਹੈ ਕਿਉਂਕਿ ਇਹਦੇ 'ਚ ਕੋਈ ਡਿਜ਼ੀਜ਼ ਨਹੀਂ ਹੈ ਅਤੇ ਅਸੀਂ ਆਰ ਕੈਪੀਟਲ ਨੂੰ ਸਮੋਲ ਆਰ ਨਾਲ ਕ੍ਰੋਸ ਕਰਾਂਗੇ ਅਤੇ ਸਾਰੇ ਹੀ ਉਹਦੇ ਰਿਜ਼ਲਟ ਡਿਜ਼ੀਜ਼ਡ ਆਉਣੇ ਚਾਹੀਦੇ ਸੀ। ਬਟ ਹੇਅਰ ਵੀ ਓਨਲੀ ਹੈਵ 2 cases ਦੇ ਵਿਚ ਆਰ ਡਿਜ਼ੀਜ਼ਡ। ਸੋ ਦੈਟ ਮੀਨਸ ਕਿ ਇਹ ਵਾਲਾ ਕੋਂਬੀਨੇਸ਼ਨ ਨਹੀਂ ਹੈ। ਇਹਦੇ ਵਿੱਚ ਕੀ ਹੈ ਇੱਕ ਆਰ ਕੈਪੀਟਲ ਐਂਡ ਆਰ ਸਮੋਲ
सो ਹੈਟਰੋਜ਼ਾਈਗਸ ਕੰਡੀਸ਼ਨ ਹੈ ਔਰ ਇਹ ਦਿਸ ਇਜ਼ ਦਾ ਮੇਲ ਰਿਸੈਸਿਵ ਹੈ। ਜਦੋਂ ਅਸੀਂ ਇਹਨੂੰ ਕ੍ਰੋਸ ਕਰਦੇ ਹਾਂ 2 ਡਿਜ਼ੀਜ਼ਡ ਆਉਂਦੇ ਆ 2 ਨੋਰਮਲ, ਜੋ ਕਿ ਅਸੀਂ ਇੱਥੇ ਵੀ ਦੇਖ ਰਹੇ ਹਾਂ। ਇਸ ਤਰ੍ਹਾਂ ਅਸੀਂ ਦੱਸ ਸਕਦੇ ਹਾਂ ਕਿ ਪੈਡੀਗਰੀ ਐਨਾਲਿਸਿਸ ਦੇ ਵਿੱਚ ਜਿਹੜਾ ਇਹ ਦਿਸ ਫੀਮੇਲ ਕਿ ਡੋਮੀਨੈਂਟ ਹੋਮੋਜ਼ਾਈਗਸ ਹੈ ਜਾਂ ਡੋਮੀਨੈਂਟ ਹੈਟਰੋਜ਼ਾਈਗਸ ਹੈ। ਸੋ ਇਹਦਾ ਟ੍ਰਿਕ ਈਜ਼ੀਲੀ ਅਸੀਂ ਰਿਮੈਂਬਰ ਕਰ ਸਕਦੇ ਹਾਂ ਕਿ in each generation in pedigree analysis there will be one person infected, ਹਰ ਜਨਰੇਸ਼ਨ ਦੇ ਵਿੱਚ ਕੋਈ ਨਾ ਕੋਈ ਇਨਫੈਕਟਡ ਹੋਏਗਾ। ਸੋ ਸੈਕੰਡ ਡਿਜ਼ੀਜ਼ ਹੈ that is sickle cell anemia. Sickle cell anemia is in pedigree where there is one generation in which there is unaffected person, ਇੱਕ ਇੱਦਾਂ ਦੀ ਜਨਰੇਸ਼ਨ ਹੋਏਗੀ ਜਿਹਦੇ ਵਿੱਚ ਕੋਈ ਅਨਅਫੈਕਟਡ ਹੋਏ, ਕੋਈ ਨਹੀਂ ਇਹਦੇ ਵਿੱਚ ਅਫੈਕਟਡ ਪਰਸਨ ਨਹੀਂ ਹੋਏਗਾ ਜਾਂ ਅਨਅਫੈਕਟਡ ਹੋਏਗੀ ਇੱਕ ਜਨਰੇਸ਼ਨ ਦੇ ਵਿੱਚ। ਇਹ ਇਸ ਤਰ੍ਹਾਂ ਦੀ ਡਿਜ਼ੀਜ਼ ਹੈ, ਰਿਸੈਸਿਵ ਆਟੋਸੋਮਲ ਡਿਸਆਰਡਰ ਹੈ। ਜੀਨ ਇਜ਼ ਪ੍ਰੈਜ਼ੈਂਟ ਇਨ ਦਾ ਆਟੋਸੋਮਸ, ਆਟੋਸੋਮਲੀ ਹੈ ਬਟ ਆਟੋਸੋਮਸ ਮੀਨਸ ਨੋਟ ਦਾ ਸੈਕਸ ਕ੍ਰੋਮੋਸੋਮਸ, ਜਿਹੜੇ ਅਗਲੇ 22 ਪੇਅਰਸ ਹੈ ਉਹਨਾਂ ਦੇ ਵਿੱਚ ਇਹ ਡਿਜ਼ੀਜ਼ ਹੋ ਸਕਦੀ ਹੈ। ਸੋ ਡਿਜ਼ੀਜ਼ ਵਿਲ ਬੀ ਪ੍ਰੈਜ਼ੈਂਟ ਇਨ ਦਾ ਜੀਨ ਵਿਚ ਆਰ ਰਿਸੈਸਿਵ ਫਾਰਮ ਦੇ ਵਿੱਚ ਜੀਨ ਹੁੰਦੀ ਹੈ। ਸੋ ਜੀਨ ਹੈ ਦਿਸ ਇਜ਼ ਜੀਨ ਆਰ ਐਂਡ ਆਰ ਕੈਪੀਟਲ ਐਂਡ ਸਮੋਲ ਆਰ, ਔਰ ਇਹਦੀਆਂ ਜਿਹੜੀ ਡੋਮੀਨੈਂਟਸ ਹੈ ਆਰ ਐਂਡ ਆਰ ਕੈਪੀਟਲ ਐਂਡ ਸਮੋਲ ਆਰ, ਔਰ ਰਿਸੈਸਿਵ ਹੋਏਗੀ ਆਰ। ਸੋ ਇਸ ਕੇਸ ਦੇ ਵਿੱਚ ਅਸੀਂ ਫਸਟ ਕੇਸ ਹੈ ਕਿ ਅਗਰ ਅਸੀਂ ਆਰ ਨੂੰ ਕ੍ਰੋਸ ਕਰਾਂਗੇ ਤਾਂ ਨੋ ਡਿਜ਼ੀਜ਼ਡ ਪਰਸਨ ਇਹਦੇ ਵਿੱਚ ਆਏਗਾ। ਸੋ ਕਿਉਂਕਿ ਇਹ ਰਿਸੈਸਿਵ ਡਿਜ਼ੀਜ਼ ਹੈ ਅਤੇ ਇਹ ਸਾਰੇ ਡੋਮੀਨੈਂਟ ਹੈ, ਇਹਦਾ ਮਤਲਬ ਕਿ ਇਹ ਜਿਹੜਾ ਕੇਸ ਹੈ ਇਹ ਵਾਲਾ ਨਹੀਂ ਹੈ, ਆਰ ਕੈਪੀਟਲ ਨਹੀਂ ਹੈ ਇਹ। ਫਿਰ ਜੇ ਅਸੀਂ ਇੱਕ ਦੂਸਰਾ ਕੇਸ ਲੈਂਦੇ ਹਾਂ ਆਰ ਐਂਡ ਆਰ ਅਤੇ ਇਹਦੇ ਵਿੱਚ ਜਿਹੜੇ ਇਫੈਕਟਡ ਆਉਂਦੇ ਆ ਦੈਟ ਇਜ਼ 50% ਇਹਦੇ ਵਿੱਚ ਇਫੈਕਟਡ ਆਉਂਦੇ ਔਰ 50% ਇਹਦੇ ਵਿੱਚ ਅਨਅਫੈਕਟਡ ਆਉਂਦੇ ਆ। ਸੋ ਜਿਸ ਇੱਕ ਇਫੈਕਟਡ ਇਹਦੇ ਵਿੱਚ ਇੱਕ ਇਫੈਕਟਡ ਆਇਆ ਔਰ ਜਿਹੜੇ ਆਹ 3 ਹੈ ਜਿਹੜੇ ਨੋਰਮਲ ਹੈ, ਆਰ ਐਂਡ ਆਰ ਇੱਕ ਇਫੈਕਟਡ ਹੈ। ਸੋ ਜੇ ਅਸੀਂ ਕੇਸ ਤੀਸਰਾ ਲਈਏ ਆਰ ਐਂਡ ਆਰ ਸੋ ਇਫ ਮੇਲ ਨੂੰ ਅਸੀਂ ਆਰ ਕੈਪੀਟਲ ਮੰਨ ਲਈਏ ਡੋਮੀਨੈਂਟ, ਅਤੇ ਇਹਦੇ ਵਿੱਚ ਓਲ ਸਾਰੇ ਡੋਮੀਨੈਂਟਸ ਹੀ ਆਉਂਦੇ ਹੈ ਕਿਉਂਕਿ ਇਹਦੇ ਜਿਹੜੀ ਓਲ ਡੋਮੀਨੈਂਟਸ ਹੈ। ਸੋ ਇਹ ਜਿਹੜੀ ਡਿਜ਼ੀਜ਼ ਇਹ ਵਾਲਾ ਤੀਜਾ ਕੇਸ ਵੀ ਨਹੀਂ ਹੋ ਸਕਦਾ। ਸੋ ਇਹਦੇ 'ਚ ਕੋਈ ਡਿਜ਼ੀਜ਼ ਨਹੀਂ ਆਉਣੀ, ਇਹਦੇ ਵਿੱਚ ਵੀ ਕੋਈ ਡਿਜ਼ੀਜ਼ ਨਹੀਂ ਆਉਣੀ, ਇਹਦੇ ਵਿੱਚ ਡਿਜ਼ੀਜ਼ਡ ਹੈ। ਸੋ ਇਹ ਕੇਸ ਅਸੀਂ ਇਸ ਤਰ੍ਹਾਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਜਿਹੜੇ ਇਹਦੇ 'ਚ ਮੇਲ ਫੀਮੇਲ ਹੈ ਉਹਨਾਂ ਦੀ ਜੀਨੋਟਾਈਪ ਇਹ ਵਾਲਾ ਹੋਏਗਾ। Third disease that is also mentally disorder, that is color blindness, is sex linked recessive disorder है। gene is present on the X sex chromosomes, there is a defect in either red or green cones ਹੈ ਜਿਹੜੇ ਆਈ ਦੇ ਔਨ ਦਾ ਰੈਟੀਨਾ, ਉਹਨਾਂ ਦੇ ਵਿੱਚ ਕੋਈ ਡਿਫੈਕਟ ਪੈ ਜਾਂਦਾ ਰਿਜ਼ਲਟਿੰਗ ਇਨ ਦਾ ਫੇਲੀਅਰ ਹੋ ਜਾਂਦਾ ਹੈ, ਪਰਸਨ ਨੂੰ ਰੈੱਡ ਅਤੇ ਗ੍ਰੀਨ ਕਲਰ ਦੀ ਪਛਾਣ ਨਹੀਂ ਹੁੰਦੀ। ਸੋ ਇਟ ਇਜ਼ ਅ ਸੈਕਸ ਲਿੰਕਡ ਡਿਸਆਰਡਰ। ਦਿਸ ਡਿਫੈਕਟ ਇਜ਼ ਡਿਊ ਟੂ ਮਿਊਟੇਸ਼ਨਸ ਹੋ ਜਾਂਦੀਆਂ, ਚੇਂਜਿਸ ਹੋ ਜਾਂਦੀਆਂ ਔਨ ਦੀ ਐਕਸ ਕ੍ਰੋਮੋਸੋਮ। ਜ਼ਿਆਦਾਤਰ ਇਹ ਮੇਲਸ ਦੇ ਵਿੱਚ ਡਿਜ਼ੀਜ਼ ਹੁੰਦੀ ਹੈ, 8% ਆਫ ਦਾ ਮੇਲਸ ਆਰ ਅਫੈਕਟਡ ਔਰ 0.4 ਫੀਮੇਲਸ ਆਰ ਅਫੈਕਟਡ। ਮੇਲਸ ਦੇ ਵਿੱਚ ਇੱਕ ਐਕਸ ਕ੍ਰੋਮੋਸੋਮ ਹੈ ਔਰ ਫੀਮੇਲਸ ਦੇ ਵਿੱਚ 2 ਐਕਸ ਕ੍ਰੋਮੋਸੋਮਸ ਹੈ। ਸੋ ਸਨ ਆਫ ਵੂਮਨ ਹੂ ਕੈਰੀਜ਼ ਦ ਜੀਨ ਹੈਜ਼ 50% ਆਫ ਚਾਂਸ ਆਫ ਬੀਇੰਗ ਕਲਰ ਬਲਾਈਂਡ। ਜੇ ਅਗਰ ਫੀਮੇਲ ਕੈਰੀਅਰ ਹੈ, ਕੈਰੀਅਰ ਮੀਨਸ ਕਿ ਉਹਨੂੰ ਡਿਸੀਜ਼ ਨਹੀਂ ਹੈ ਬਟ ਉਹਦੇ ਵਿੱਚ ਜੀਨ ਹੈ ਜਿਹੜੀ ਕਿ ਉਹ ਕੈਰੀ ਕਰ ਰਹੀ ਹੈ, ਅਤੇ ਉਹਦਾ ਜਿਹੜਾ ਸਨ ਹੋਏਗਾ ਦੈਟ ਹੈਜ਼ ਚਾਂਸਿਸ ਆਫ 50% ਆਫ ਬੀਇੰਗ ਕਲਰ ਬਲਾਈਂਡ। ਆਪਣੇ ਆਪ ਉਹ ਡਿਜ਼ੀਜ਼ ਨਹੀਂ ਕੈਰੀ ਕਰ ਰਹੀ। ਸੋ ਮੇਲਸ ਵਿੱਚ XY ਹੈ ਔਰ ਫੀਮੇਲਸ ਵਿੱਚ XX ਹੈ। ਅਗਰ ਮਤਲਬ ਕੈਰੀਅਰ ਫੀਮੇਲ ਹੈ ਉਹਦੇ ਸਨ ਹੈ ਜਿਹੜੇ 50% ਆਫ ਦੈਮ ਵਿਲ ਬੀ ਕਲਰ ਬਲਾਈਂਡ, 50% ਵਿਦਾਊਟ ਕਲਰ ਬਲਾਈਂਡਨੈਸ। ਸੋ ਕੈਰੀਅਰ ਫੀਮੇਲ ਜੇ ਅਸੀਂ ਮੰਨ ਲਈ ਕਿਉਂਕਿ ਐਕਸ ਕ੍ਰੋਮੋਸੋਮ ਲਿੰਕਡ ਹੈ, ਸੀ ਮੀਨਸ ਕਲਰ ਬਲਾਈਂਡਨੈਸ, ਔਰ ਦੂਜੇ ਪਾਸੇ ਨੋਰਮਲ ਲੈ ਲੈਂਦੇ ਹਾਂ ਅਸੀਂ XY। ਔਰ ਜਦੋਂ ਅਸੀਂ ਤੇ ਪੁਨੇਟ ਸਕੁਏਅਰ ਜਾਂ ਵੈਸੇ ਇਹਨਾਂ ਨੂੰ ਕ੍ਰੋਸ ਕਰਦੇ ਹਾਂ ਦੈਨ XY ਔਰ XC ਦੈਟ ਇਜ਼ ਕਲਰ ਬਲਾਈਂਡਨੈਸ, ਅਤੇ ਜਿਹੜੀ ਇਹਦੀ ਕੋਂਬੀਨੇਸ਼ਨ ਆ ਗਈ 50% ਮੇਲ ਐਂਡ 50% ਫੀਮੇਲਸ। ਸੋ ਜੇ XX ਆਉਂਦਾ ਦੈਟ ਮੀਨਸ ਨੋਰਮਲ ਡੋਟਰ, XY ਆਉਂਦਾ ਤਾਂ ਨੋਰਮਲ ਸਨ ਹੈ, XXC ਆ ਜਾਂਦਾ ਹੈ ਦੈਨ ਇਟ ਇਜ਼ ਅ ਕੈਰੀਅਰ ਡੋਟਰ। ਜੇ XC ਅਤੇ Y ਆ ਜਾਏਗਾ ਦੈਨ ਇਟ ਇਜ਼ ਅ ਕਲਰ ਬਲਾਈਂਡਨੈਸ ਮੇਲ।
ये कैरियर नहीं होएगा, इट विल बी कलर ब्लाइंडनेस केस होएगा, और मेल विल बी कलर ब्लाइंड। मदर इज़ नॉट हर सेल्फ कलर ब्लाइंड बिकॉज द जीन इज़ रिसेसिव है, जीन रिसेसिव है, मदर कलर ब्लाइंड नहीं हो सकती। सो नॉर्मल जीन हमेशा जी है डोमीनेंट होएगी, नॉर्मल एक्स इज़ डोमीनेंट, डिफेक्टिव एक्स जोड़ा रिसेसिव होएगा। सो जे एक्स वाई है तो कैरियर फीमेल बनेगी, क्योंकि नॉर्मल एक्स तो एक नॉर्मल है तो दूसरा डिफेक्टिव है। इन केस ऑफ जो मेल लवांगे, एक जोड़ा एक्स है ਡੋਮੀਨੈਂਟ ਵਾਲਾ ਸੀਗਾ ਉਹਦੇ ਨਾਲ ਤੇ ਜੀਨ ਆ ਗਈ ਕਲਰ ਬਲਾਈਂਡਨੈਸ ਦੀ, ਔਰ ਜਿਹੜੀ ਵਾਈ ਹੈ ਉਹ ਤਾਂ ਆਲਰੇਡੀ ਰਿਸੈਸਿਵ, ਦੈਨ ਇਹ ਵੀ ਕਲਰ ਬਲਾਈਂਡ ਮੇਲ ਹੋਏਗਾ। ਸੋ ਇਟ ਇਜ਼ ਡਿਫੈਕਟਿਵ, ਮੋਰ ਚਾਂਸਿਸ ਮੇਲਸ ਆਰ ਡਿਜ਼ੀਜ਼, ਅਦਰ ਇਜ਼ ਵਾਈ ਵਿਚ ਇਜ਼ ਰਿਸੈਸਿਵ, ਵਾਈ ਰਿਸੈਸਿਵ ਹੈ ਇਹਦੇ ਵਿੱਚ, ਔਰ ਐਕਸ ਹੈ ਉਹ ਡਿਜ਼ੀਜ਼ਡ ਹੋ ਜਾਂਦਾ ਹੈ। ਇਸ ਕਰਕੇ ਫਿਰ ਇਹਦੇ ਵਿੱਚ ਮੋਰ ਚਾਂਸਿਸ ਹੈ ਕਿ ਮੇਲਸ ਜਿਹੜੇ ਕਲਰ ਬਲਾਈਂਡ ਹੋਣਗੇ। ਸੋ ਦਿਸ ਇਜ਼ ਕੇਸ ਮਦਰ ਕੈਰੀਅਰ ਹੈ, ਔਰ ਇਹ ਜਿਹੜਾ ਦਿਸ ਇਜ਼ ਕੈਰੀਅਰ ਕਲਰ ਬਲਾਈਂਡ ਮੇਲ ਉਹ ਫਾਦਰ। ਸੋ ਜਦੋਂ ਇਹਨੂੰ ਕ੍ਰੋਸ ਕੀਤਾ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਜੋ ਰਿਜ਼ਲਟ ਆਏਗਾ that will be carrier female and color blind female, normal male, color blind male. Both XX chromosomes are defective. ਸੋ ਇਹਦੇ ਵਿੱਚ ਜਿਹੜੀ ਫੀਮੇਲਸ ਆਏਗੀ ਉਹ ਕੈਰੀਅਰ ਫੀਮੇਲ ਹੋਏਗੀ, ਔਰ ਇੱਕ ਜਿਹੜੀ ਹੈ ਕਲਰ ਬਲਾਈਂਡ ਫੀਮੇਲ ਆਏਗੀ, ਉਹ ਦੋਨੋਂ ਐਕਸ ਜਿਹੜੇ ਉਹਦੇ ਇਫੈਕਟਡ ਹੋਣਗੇ। ਸੋ ਜੇ ਕਲਰ ਬਲਾਈਂਡ ਫੀਮੇਲ ਪ੍ਰੋਡਿਊਸ ਹੁੰਦੀ ਹੈ, ਦੈਟ ਮੀਨਸ ਕਿ ਉਹਦੇ ਵਿੱਚ ਜਿਹੜਾ ਇਹਦਾ ਫਾਦਰ ਐਸ ਵੈਲ ਐਸ ਜਿਹੜੀ ਉਹਦੀ ਮਦਰ, they are father is color blind and the mother is a carrier of the gene. Third next ਹੀਮੋਫੀਲੀਆ। ਹੀਮੋਫੀਲੀਆ ਜਿਹੜੀ ਹੈ ਇੱਕ ਨੈਕਸਟ, ਇਹ ਵੀ ਮੈਂਡਲੀਅਨ ਡਿਸਆਰਡਰ ਹੈ, ਮੈਂਡਲੀਅਨ ਡਿਸਆਰਡਰ। ਸੋ ਹੇਅਰ this is also sex linked recessive disease है, it is transmitted from unaffected carrier female to some of the male progeny। ਸਿੰਗਲ ਪ੍ਰੋਟੀਨ ਦੇ ਵਿੱਚ ਚੇਂਜਿਸ ਆ ਜਾਂਦੀਆਂ ਜਿਹਦੇ ਕਾਰਨ ਬਲੱਡ ਕਲੋਟਿੰਗ ਨਹੀਂ ਹੁੰਦੀ ਇਸ ਡਿਜ਼ੀਜ਼ ਦੇ ਵਿੱਚ। ਅਗਰ ਕੋਈ ਛੋਟਾ ਜਿਹਾ ਵੀ ਕੱਟ ਲੱਗ ਜਾਂਦਾ ਤਾਂ ਉਹਦੇ ਵਿੱਚੋਂ ਲਗਾਤਾਰ ਬਲੀਡਿੰਗ ਰਹਿੰਦੀ ਹੈ। ਦ ਹੈਟਰੋਜ਼ਾਈਗਸ ਫੀਮੇਲ ਜਿਹੜੀ ਕਿ ਕੈਰੀਅਰ ਹੈ ਫॉर ਹੀਮੋਫੀਲੀਆ may transmit the disease to the son। if female is to be hemophilic, it is rare because mother of such female has to be at least carrier and father should be hemophilic। ਫਿਰ ਹੀ ਹੋ ਸਕਦਾ ਜੇ ਜਿਹੜੀ ਜੇਕਰ ਫੀਮੇਲ ਹੀਮੋਫਿਲਿਕ ਹੋਏਗੀ। ਸੋ ਸਪੋਜ਼ ਵੀ ਆਰ ਟੇਕਿੰਗ ਵਨ ਐਗਜ਼ਾਮਪਲ, ਦਿਸ ਇਜ਼ ਅ ਕੈਰੀਅਰ ਫੀਮੇਲ, ਦਿਸ ਇਜ਼ ਅ ਨੋਰਮਲ ਮੇਲ, ਅਤੇ ਜਿਹੜੇ ਇਹਦੇ ਗੈਮਿਟਸ ਹੋਣਗੇ ਦੈਟ ਵਿਲ ਬੀ ਐਕਸ ਐਕਸ ਐਚ ਐਂਡ ਐਕਸ ਐਕਸ, ਔਰ ਜਦੋਂ ਇਹਨਾਂ ਦੇ ਵਿੱਚ ਕ੍ਰੋਸ ਕੀਤਾ ਜਾਂਦਾ ਇੱਕ ਨੋਰਮਲ ਮੇਲ ਐਂਡ ਹੀਮੋਫਿਲਿਕ ਸਨ and normal male, this is normal female, this is normal ਜਿਹੜੀ ਹੈ son, this is carrier female and this is hemophilic son। ਜੇ ਫੀਮੇਲ ਹੀਮੋਫਿਲਿਕ ਬਣੇਗੀ ਤਾਂ ਹੀ ਜੇਕਰ ਕੈਰੀਅਰ ਮਦਰ ਹੋਏਗੀ ਔਰ ਹੀਮੋਫਿਲਿਕ ਫਾਦਰ, ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹਿਆ ਸੀ। ਨੈਕਸਟ ਡਿਸੀਜ਼ ਇਜ਼ ਸਿਕਲ ਸੈਲ ਅਨੀਮੀਆ। ਸਿਕਲ ਖੂਨ ਦੀ ਕਮੀ ਹੋਣ ਕਾਰਨ ਜਾਂ RBC ਦੀ ਕਮੀ ਹੋਣ ਕਾਰਨ ਸਿਕਲ ਸੈਲ ਅਨੀਮੀਆ ਹੁੰਦਾ। ਇਹ ਆਟੋਸੋਮਲ ਲਿੰਕਡ ਡਿਜ਼ੀਜ਼ ਹੈ, ਪ੍ਰੈਜ਼ੈਂਟ ਇਨ ਦਾ ਆਟੋਸੋਮਸ ਕ੍ਰੋਮੋਸੋਮ। ਇਹ ਟ੍ਰਾਂਸਮਿਟਡ ਹੈ ਪੇਰੈਂਟਸ ਟੂ ਦੀ ਆਫਸਪ੍ਰਿੰਗ, ਬੋਥ ਆਫ ਦਾ ਪੇਰੈਂਟਸ ਆਰ ਕੈਰੀਅਰਸ ਆਫ ਦਾ ਜੀਨ। ਹੈਟਰੋਜ਼ਾਈਗਸ ਕੰਡੀਸ਼ਨ ਦੇ ਵਿੱਚ ਡਿਜ਼ੀਜ਼ ਇਜ਼ ਕੰਟਰੋਲ ਬਾਏ ਸਿੰਗਲ ਪੇਅਰ ਆਫ ਅਲੀਲਸ ਹੁੰਦੀ ਹੈ, HbA HbS ਕੰਟਰੋਲ ਕਰਦੀ ਹੈ। ਤਾਂ HB stands for hemoglobin, so contained in the RBCs। ਸੋ ਤਿੰਨ ਪੋਸੀਬਲ ਇਹਦੇ ਵਿੱਚ ਕੋਂਬੀਨੇਸ਼ਨਸ ਬਣ ਸਕਦੇ ਆ, HbA ਇਹ ਜਿਹੜਾ ਦਿਸ ਇਜ਼ ਹੋਮੋਜ਼ਾਈਗਸ ਕੰਡੀਸ਼ਨ, ਇਹਦੇ ਵਿੱਚ ਕੋਈ ਡਿਜ਼ੀਜ਼ ਨਹੀਂ ਹੈ। ਦੂਸਰਾ ਕੋਂਬੀਨੇਸ਼ਨ HbS ਦੈਟ ਮੀਨਸ ਡਿਜ਼ੀਜ਼ਡ ਹੈ, ਦੋਨੋਂ ਰਿਸੈਸਿਵ ਫੋਰਮ ਦੇ ਵਿੱਚ ਹੈ, ਔਰ HbA ਐਂਡ HbS ਇਹ ਕੈਰੀਅਰ ਹੈ, ਔਰ ਇਹਦੇ ਵਿੱਚ ਨੋ ਡਿਜ਼ੀਜ਼ ਹੈ, ਇਹ ਕੈਰੀਅਰ ਹੈ ਕਿਉਂਕਿ ਇਹਦੇ 'ਚ ਇੱਕ ਜਿਹੜੀ HbS ਹੈ। ਸੋ 3 ਪੋਸੀਬਲ ਪੇਅਰਸ ਆਫ ਅਲੀਲਸ ਔਰ ਜੀਨੋਟਾਈਪ। ਹੈਟਰੋਜ਼ਾਈਗਸ HbA HbS ਇੰਡੀਵਿਜੂਅਲਸ ਇਹ ਅਨਅਫੈਕਟਡ ਹੈ,
ਤੇ ਕਿਉਂਕਿ ਇਹਦੇ ਵਿੱਚ HbA ਨੋਰਮਲ ਹੈ ਬਟ ਦੇ ਆਰ ਕੈਰੀਅਰ ਆਫ ਦਾ ਡਿਜ਼ੀਜ਼ ਐਸ ਦੇ ਆਰ 50% ਪ੍ਰੋਬੇਬਿਲਿਟੀ ਆਫ ਟ੍ਰਾਂਸਮਿਸ਼ਨ ਆਫ ਦਾ ਮਿਊਟੈਂਟ ਜੀਨ ਟੂ ਦਾ ਪ੍ਰੋਜੈਨੀ। ਸੋ ਅਸੀਂ ਇਹਦੇ ਵਿੱਚ ਦੇਖਦੇ ਹਾਂ ਜੇ ਅਸੀਂ ਕ੍ਰੋਸ ਪੇਰੈਂਟਸ HbA ਤੇ HbS ਹੈ, ਦੂਸਰਾ ਪੇਰੈਂਟ ਹੈ HbA ਤੇ HbS ਮੀਨਸ ਪੇਰੈਂਟ ਇਹ ਵੀ ਕੈਰੀਅਰ ਹੈ, ਇਹ ਵੀ ਕੈਰੀਅਰ ਹੈ। ਸੋ ਜੇ ਦੋਨੋਂ ਇਹਦੇ ਵਿੱਚ ਕੈਰੀਅਰ ਹੈ ਤੇ ਇੱਕ ਇਹਦੇ ਵਿੱਚ ਨੋਰਮਲ ਬਣੇਗਾ, ਦੋ ਕੈਰੀਅਰ ਬਣ ਗਏ, ਇੱਕ ਇਹਦੇ ਵਿੱਚ ਡਿਜ਼ੀਜ਼ਡ ਟੋਟਲੀ ਡਿਜ਼ੀਜ਼ਡ ਆਫਸਪ੍ਰਿੰਗ ਬਣੇਗਾ। ਨਾਓ ਨੈਕਸਟ ਇਜ਼ ਸਿਕਲ ਸੈੱਲ। ਇਹਦੇ ਵਿੱਚ ਕੀ ਹੁੰਦਾ ਹੈ ਸਿਕਲ ਸੈੱਲ ਅਨੀਮੀਆ ਵਿੱਚ ਕਿ ਜਿਹੜੇ RBCs ਹੈ ਉਹ ਸਿਕਲ ਸ਼ੇਪਡ ਦੇ ਹੋ ਜਾਂਦੇ ਜਿਸ ਤਰ੍ਹਾਂ ਦਾਤਰੀ ਟਾਈਪ ਦੇ। ਇਨ ਵਿੱਚ RBCs ਬਿਕਮ ਸਿਕਲ ਸ਼ੇਪਡ ਐਂਡ ਡਸ ਨੋਟ ਕੈਰੀ ਦਾ ਹੀਮੋਗਲੋਬਿਨ ਔਰ ਆਕਸੀਜਨ ਕੈਰਿੰਗ ਕੈਪੈਸਿਟੀ ਆਫ ਹੀਮੋਗਲੋਬਿਨ ਦੀ ਘੱਟ ਜਾਂਦੀ ਹੈ। ਸੋ ਡਿਜ਼ੀਜ਼ ਇਜ਼ ਸਿਕਲ ਸੈੱਲ ਅਨੀਮੀਆ। ਐਕਚੁਅਲੀ ਇਹਦੇ ਵਿੱਚ ਹੁੰਦਾ ਕਿ ਇੱਕ ਸਿੰਗਲ ਜੀਨ ਬੇਸ ਪੇਅਰ ਚੇਂਜ ਹੋ ਜਾਂਦੀ ਹੈ। ਨੋਰਮਲ ਹੀਮੋਗਲੋਬਿਨ ਜੀਨ ਹੈ ਔਰ ਜਿਸ ਤਰ੍ਹਾਂ CAG CTC ਔਰ AT ਹੈ, ਜਿਸ ਤਰ੍ਹਾਂ ਇਹ ਰਿਪਰੈਜ਼ੈਂਟ ਹੋ ਰਿਹਾ ਇਹਦੀ ਜਗ੍ਹਾ 'ਤੇ TA ਆ ਗਿਆ। ਸੋ ਇੱਕ ਸਿੰਗਲ ਬੇਸ ਪੇਅਰ ਮੀਨਸ ਇੱਕ ਆ ਬੇਸ ਪੇਅਰ ਹੁੰਦਾ। ਇਸ ਤਰ੍ਹਾਂ ਅਸੀਂ ਇੱਕ ਜੀਨ ਨੂੰ ਲੈਂਦੇ ਹਾਂ ਜਿਸ ਤਰ੍ਹਾਂ CG ਦੀ ਕੰਬੀਨੇਸ਼ਨ C ਦੀ A ਦੀ T ਦੀ ਔਰ ਇਹ ਚੇਂਜਿਸ ਆ ਗਈਆਂ ਇੱਕ ਪੇਅਰ ਦੇ ਵਿੱਚ। ਸੋ ਇਹਦੇ ਨਾਲ ਕੀ ਹੋਏਗਾ ਜੀਨ ਦੀ ਸਾਰੀ ਜਿਹੜੀ ਕੋਡਿੰਗ ਹੈ ਉਹ ਸਾਰੀ ਚੇਂਜ ਹੋ ਜਾਏਗੀ। ਇਸ ਤਰ੍ਹਾਂ ਦੀ ਚੇਂਜਿਸ ਨੂੰ ਅਸੀਂ ਕਹਿੰਦੇ ਹਾਂ ਪੁਆਇੰਟ ਮਿਊਟੇਸ਼ਨ ਚੇਂਜ ਇਨ ਸਿੰਗਲ ਬੇਸ ਪੇਅਰ। ਫੋਰ ਐਗਜ਼ਾਮਪਲ ਸਿਕਲ ਸੈੱਲ ਅਨੀਮੀਆ। ਦ ਮਿਊਟੈਂਟ ਜੀਨ ਕੋਸਿਸ ਚੇਂਜ ਇਨ ਦੀ RBCs ਔਰ ਉਹਦੀ ਲੋ ਆਕਸੀਜਨ ਟੈਂਸ਼ਨ ਹੋ ਜਾਂਦੀ ਉਹ ਕੋਸਿੰਗ ਦਾ ਚੇਂਜ ਇਨ ਦਾ ਸ਼ੇਪ ਆਫ ਦੀ RBCs ਬਾਈ ਕੋਨਕੇਵ ਡਿਸਕ ਟੂ ਇਲੋਂਗੇਟਿਡ ਸਿਕਲ ਸ਼ੇਪਡ। ਇਸ ਤਰ੍ਹਾਂ ਦੀ ਬਾਈ ਕੋਨਵੈਕਸ ਸ਼ੇਪ ਤੋਂ ਇਹ ਇੱਕ ਦਾਤਰੀ ਦਾ ਸ਼ੇਪ ਲੈ ਲੈਂਦੇ ਆ। Next disease is thalassemia. This is also an autosomal linked recessive blood disease transmitted from parents to offspring. Both the parents are unaffected carrier of the gene. The defect is due to mutation or deletion of the base pair. There is a reduced rate of synthesis of one of the globin chains. ਬਲੱਡ ਦੀਆਂ ਦੋ ਚੇਨਸ ਹੁੰਦੀਆਂ, ਇੱਕ ਹੀਮੋਗਲੋਬਿਨ ਦੀਆਂ, ਇੱਕ ਐਲਫਾ ਤੇ ਇੱਕ ਬੀਟਾ that ਹੀਮੋਗਲੋਬਿਨ ਬਣਾਉਂਦੇ ਆ। ਦਿਸ ਵਿਲ ਕੋਜ਼ ਦਾ ਫੋਰਮੇਸ਼ਨ ਅਬਨੋਰਮਲ ਹੀਮੋਗਲੋਬਿਨ ਮੋਲੀਕਿਊਲ। ਅਤੇ ਇਸ ਤਰ੍ਹਾਂ ਜਿਹੜੀ ਥੈਲਸੇਮੀਆ ਦੇ ਵਿੱਚ ਇਹ ਜਿਹੜੀ ਡਿਜ਼ੀਜ਼ ਹੈ ਐਲਫਾ ਅਤੇ ਬੀਟਾ ਦੋ ਜੀਨਸ ਇਹ ਗਲੋਬਿਨ ਚੇਨਸ ਬਣਾਉਂਦੀ ਹੈ ਔਰ ਇਹਨਾਂ ਦੇ ਵਿੱਚ ਜਦੋਂ ਬੀਟਾ ਦੇ ਵਿੱਚ ਚੇਂਜ ਆ ਜਾਂਦੀ ਹੈ ਤਾਂ ਪ੍ਰੋਡਕਸ਼ਨ ਆਫ ਬੀਟਾ ਗਲੋਬਿਨ ਇਜ਼ ਅਫੈਕਟਡ। ਅਗਰ ਐਲਫਾ ਦੇ ਵਿੱਚ ਚੇਂਜ ਆਉਂਦੀ ਹੈ ਤਾਂ ਐਲਫਾ ਜਿਹੜੀ ਗਲੋਬਿਨ ਇਜ਼ ਅਫੈਕਟਡ। ਸੋ ਕੋਈ ਜਿਹੜੀ ਹੀਮੋਗਲੋਬਿਨ ਚੇਨਸ ਹੈ ਉਹਨਾਂ ਦੇ ਵਿੱਚ ਵੇਰੀਏਸ਼ਨਸ ਆ ਜਾਂਦੀਆਂ ਥੈਲਸੇਮੀਆ ਵਿੱਚ। ਥੈਲਸੇਮੀਆ ਜਿਹੜੀ ਹੈ ਕੁਆਂਟੀਟੇਟਿਵ ਪ੍ਰੋਬਲਮ ਹੈ ਕਿ ਇਹਦੇ ਵਿੱਚ ਫਿਊ ਗਲੋਬਿਨ ਮੋਲੀਕਿਊਲਸ ਬਣਦੇ ਆ, ਮਾਤਰਾ ਦੇ ਵਿੱਚ ਬਦਲਾਅ ਆ ਜਾਂਦਾ। ਦੇਰ ਇਜ਼ ਲੈਸ ਪ੍ਰੋਡਕਸ਼ਨ ਆਫ ਦਾ ਗਲੋਬਿਨ ਮੋਲੀਕਿਊਲਸ। ਲੇਕਿਨ ਜਿਹੜੀ ਸਿਕਲ ਸੈੱਲ ਅਨੀਮੀਆ ਉਹ ਕੁਆਲੀਟੇਟਿਵ ਹੈ ਪ੍ਰੋਬਲਮ ਆਫ ਦਾ ਫੰਕਸ਼ਨਿੰਗ ਆਫ ਦਾ ਗਲੋਬਿਨ। ਉਹਦੇ ਵਿੱਚ ਜਿਹੜੀ ਬੇਸ ਪੇਅਰਿੰਗ ਚੇਂਜ ਹੋ ਜਾਂਦੀ ਜਿਹਦੇ ਕਰਕੇ ਜੀਨਸ ਚੇਂਜ ਹੁੰਦੀਆਂ। ਸੋ ਨੈਕਸਟ